ਇੱਕ ਇਤਿਹਾਸਕਾਰ ਦੇ ਤੌਰ ਤੇ ਜਦੋਂ ਅਸੀਂ ਪੁਰਾਣੇ ਦਸਤਾਵੇਜ਼ਾਂ ਨੂੰ ਫਰੋਲਦੇ ਹਾਂ ਤਾਂ ਕੁਝ ਕਹਾਣੀਆਂ ਸਿੱਧਾ ਦਿਲ ਤੇ ਲੱਗਦੀਆਂ ਹਨ। ਅੱਜ ਆਪਾਂ 18ਵੀਂ ਸਦੀ ਦੀ ਇੱਕ ਅਜਿਹੀ ਲਾਸਾਨੀ ਵਿਰੋਧ ਲਹਿਰ ਦਾ ਅਧਿਐਨ ਕਰਨ ਜਾ ਰਹੇ ਹਾਂ ਜਿਸ ਨੇ ਵਾਕਈ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਸੀ। ਸੋਚੋ, ਇੱਕ ਛੋਟੀ ਜਿਹੀ ਕੌਮ ਦੇ ਸਾਹਮਣੇ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ। ਬਿਨਾਂ ਕਿਸੇ ਦੇਰੀ ਦੇ ਆਪਣੇ ਇਸ ਇਤਿਹਾਸਿਕ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ। ਹੁਣ ਇਸ ਕਹਾਣੀ ਨੂੰ ਸ਼ੁਰੂ ਕਰਨ ਲਈ ਆਪਾਂ ਹਮਲਾਵਰਾਂ ਦੇ ਆਪਣੇ ਹੀ ਇੱਕ ਹੈਰਾਨੀਜਨਕ ਅਹਿਸਾਸ ਤੋਂ ਗੱਲ ਤੋੜਦੇ ਹਾਂ। ਇਤਿਹਾਸਿਕ ਲਿਖਤਾਂ ਦੱਸਦੀਆਂ ਹਨ ਕਿ ਅਫਗਾਨਾਂ ਨੂੰ ਬਹੁਤ ਜਲਦੀ ਇਹ ਸਮਝ ਆ ਗਿਆ ਸੀ ਕਿ ਬਈ ਕਿਸੇ ਫੌਜ ਨੂੰ ਸਰੀਰਕ ਤੌਰ ਤੇ ਖਤਮ ਕਰਨਾ ਇੱਕ ਗੱਲ ਹੈ, ਪਰ ਕਿਸੇ ਕੌਮ ਦੀ ਰੂਹ ਜਾਂ ਉਸਦੇ ਵਿਸ਼ਵਾਸ ਨੂੰ ਮਿਟਾਉਣਾ ਇਹ ਬਿਲਕੁਲ ਵੱਖਰੀ ਖੇਡ ਹੈ। ਅਸਲ ਵਿੱਚ ਇਹ ਟਕਰਾਅ ਸਿਰਫ ਹਥਿਆਰਾਂ ਦਾ ਨਹੀਂ ਸੀ, ਇਹ ਤਾਂ ਇਰਾਦਿਆਂ ਦੀ ਜੰਗ ਸੀ। ਇਸ ਸਾਰੇ ਪਿਛੋਕੜ ਨੂੰ ਸਹੀ ਤਰ੍ਹਾਂ ਸਮਝਣ ਲਈ ਸਾਨੂੰ ਖੈਬਰ ਦਰੇ ਰਾਹੀਂ ਹੋਏ ਹਮਲਿਆਂ ਦੇ ਲੰਮੇ ਇਤਿਹਾਸ ਵੱਲ ਝਾਤ ਮਾਰਨੀ ਪਵੇਗੀ। ਸਿਕੰਦਰ ਤੋਂ ਲੈ ਕੇ ਬਾਬਰ ਤੱਕ ਹਮਲਿਆਂ ਦੀ ਇੱਕ ਲੰਮੀ ਝੜੀ ਲੱਗੀ ਹੋਈ ਸੀ, ਪਰ ਹਾਲਾਤ ਉਦੋਂ ਬਿਲਕੁਲ ਸਿਖਰ ਤੇ ਪਹੁੰਚ ਗਏ ਜਦੋਂ 18ਵੀਂ ਸਦੀ ਵਿੱਚ ਪਾਣੀਪਤ ਦੀ ਜੰਗ ਵਿੱਚ ਮਰਾਠਿਆਂ ਨੂੰ ਹਰਾਉਣ ਤੋਂ ਤੁਰੰਤ ਬਾਅਦ ਅਹਿਮਦ ਸ਼ਾਹ ਅਬਦਾਲੀ ਆਪਣੀ ਵਿਸ਼ਾਲ ਫੌਜ ਲੈ ਕੇ ਪੰਜਾਬ ਆ ਵੜਿਆ। ਇੱਕ ਇਤਿਹਾਸਕਾਰ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਸਦੀਆਂ ਤੋਂ ਚੱਲੇ ਆ ਰਹੇ ਹਮਲਿਆਂ ਦਾ ਸਿਖਰ ਸੀ। ਜ਼ਰਾ ਇਸ ਫੌਜੀ ਅਸਮਾਨਤਾ ਨੂੰ ਦੇਖੋ, ਇਹ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਇੱਕ ਪਾਸੇ ਅਬਦਾਲੀ ਦੀ ਸ਼ਾਹੀ ਫੌਜ ਖੜੀ ਹੈ ਜਿਸ ਵਿੱਚ ਲਗਭਗ 2 ਲੱਖ ਸੈਨਿਕ, ਕੋੜੇ ਤੇ ਭਾਰੀ ਤੋਪਾਂ ਹਨ, ਤੇ ਦੂਜੇ ਪਾਸੇ 12 ਸਿੱਖ ਮਿਸਲਾਂ, ਗਿਣਤੀ ਵਿੱਚ ਬਹੁਤ ਥੋੜੇ ਪਰ ਬੇਹੱਦ ਤੇਜ਼, ਪੂਰੀ ਤਰ੍ਹਾਂ ਇਕਜੁੱਟ ਅਤੇ ਆਪਣੀ ਆਸਥਾ ਨਾਲ ਲਬਰੇਜ਼। ਕਾਗਜ਼ਾਂ ਤੇ ਦੇਖੀਏ ਤਾਂ ਇਹ ਮੁਕਾਬਲਾ ਕਿਸੇ ਵੀ ਪਾਸਿਓਂ ਬਰਾਬਰ ਦਾ ਨਹੀਂ ਲੱਗਦਾ। ਚਲੋ ਹੁਣ ਆਪਾਂ ਆਪਣੇ ਅਧਿਐਨ ਦੇ ਪਹਿਲੇ ਅਤੇ ਸਭ ਤੋਂ ਅਹਿਮ ਪੜਾਅ ਵੱਲ ਵਧਦੇ ਹਾਂ, ਸਭ ਤੋਂ ਕਾਲਾ ਦੌਰ ਯਾਨੀ ਵੱਡਾ ਘੱਲੂਘਾਰਾ। ਸਾਡੇ ਇਤਿਹਾਸਿਕ ਸਰੋਤ ਇੱਥੇ ਜੋ ਬਿਆਨ ਕਰਦੇ ਹਨ ਉਹ ਅਬਦਾਲੀ ਦੀ ਰਣਨੀਤੀ ਦਾ ਬਹੁਤ ਹੀ ਖੌਫਨਾਕ ਅਤੇ ਬੇਰਹਿਮ ਚਿਹਰਾ ਹੈ। ਉਸ ਦਾ ਨਿਸ਼ਾਨਾ ਸਿਰਫ ਲੜਾਕੇ ਨਹੀਂ ਸਨ, ਉਸਨੇ ਮਾਲਵਾ ਵੱਲ ਜਾ ਰਹੇ ਇੱਕ ਬਹੁਤ ਵੱਡੇ ਕਾਫਲੇ ਨੂੰ ਘੇਰ ਲਿਆ ਜਿਸ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ। ਹੁਕਮ ਬਿਲਕੁਲ ਸਪਸ਼ਟ ਸੀ, ਇਹਨਾਂ ਦੀਆਂ ਜੜ੍ਹਾਂ ਵੱਢ ਦਿਓ, ਕਿਸੇ ਨੂੰ ਵੀ ਜ਼ਿੰਦਾ ਨਾ ਛੱਡੋ ਤਾਂ ਜੋ ਇਸ ਕੌਮ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ। ਇਸ ਕਤਲੇਆਮ ਦਾ ਨਤੀਜਾ ਇੰਨਾ ਭਿਆਨਕ ਸੀ ਕਿ ਬਿਆਨ ਕਰਨਾ ਵੀ ਔਖਾ ਹੈ। ਇਤਿਹਾਸਕਾਰਾਂ ਦਾ ਅੰਦਾਜ਼ਾ ਹੈ ਕਿ ਇਸ ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੀ ਲਗਭਗ ਅੱਧੀ ਆਬਾਦੀ ਸ਼ਹੀਦ ਹੋ ਗਈ ਸੀ। ਜ਼ਮੀਨ ਖੂਨ ਨਾਲ ਲਾਲ ਹੋ ਗਈ ਸੀ ਤੇ ਲਾਸ਼ਾਂ ਦੇ ਢੇਰ ਲੱਗ ਗਏ ਸਨ। ਇਹ ਇੱਕ ਅਜਿਹਾ ਪਲ ਸੀ ਜਦੋਂ ਵਾਕਈ ਇੰਜ ਲੱਗਦਾ ਸੀ ਕਿ ਸ਼ਾਇਦ ਹੁਣ ਸਭ ਕੁਝ ਖਤਮ ਹੋ ਗਿਆ ਹੈ। ਪਰ ਇੱਕ ਇਤਿਹਾਸਕਾਰ ਲਈ ਇੱਥੇ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਕੁਝ ਹੋਰ ਹੀ ਹੈ। ਬਚੇ ਹੋਏ ਲੋਕਾਂ ਨੇ ਇਸ ਮੁਕੰਮਲ ਤਬਾਹੀ ਦਾ ਕੀ ਜਵਾਬ ਦਿੱਤਾ? ਕੀ ਉਹਨਾਂ ਨੇ ਹਾਰ ਮੰਨ ਲਈ? ਬਿਲਕੁਲ ਨਹੀਂ। ਬਚੇ ਹੋਏ ਲੋਕਾਂ ਨੇ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ, ਫਿਰ ਜੋ ਕੁਝ ਵੀ ਬਚਿਆ ਸੀ ਉਸ ਨਾਲ ਲੰਗਰ ਤਿਆਰ ਕੀਤਾ ਅਤੇ ਆਪਣੀ ਚੜ੍ਹਦੀ ਕਲਾ ਯਾਨੀ ਅਟੁੱਟ ਆਸ਼ਾਵਾਦ ਨੂੰ ਕਾਇਮ ਰੱਖਿਆ। ਮਾਨਸਿਕ ਮਜ਼ਬੂਤੀ ਦੀ ਇਹ ਅਜਿਹੀ ਬੇਮਿਸਾਲ ਉਦਾਹਰਣ ਹੈ ਜੋ ਕਿਸੇ ਵੀ ਇਤਿਹਾਸਿਕ ਅਧਿਐਨ ਵਿੱਚ ਹੈਰਾਨ ਕਰ ਦਿੰਦੀ ਹੈ। ਅਬਦਾਲੀ ਦੇ ਖੂਫੀਆ ਤੰਤਰ ਨੂੰ ਵੀ ਇਹ ਗੱਲ ਬਹੁਤ ਜਲਦੀ ਸਮਝ ਆ ਗਈ ਸੀ। ਉਹਨਾਂ ਨੇ ਦੇਖਿਆ ਕਿ ਇਹ ਤਾਕਤ ਹਥਿਆਰਾਂ ਦੀ ਨਹੀਂ, ਸਗੋਂ ਪੂਰੀ ਤਰ੍ਹਾਂ ਅਧਿਆਤਮਿਕ ਹੈ। ਹਮਲਾਵਰਾਂ ਨੂੰ ਪਤਾ ਲੱਗ ਗਿਆ ਸੀ ਕਿ ਜਦੋਂ ਤੱਕ ਅੰਮ੍ਰਿਤਸਰ ਕਾਇਮ ਹੈ, ਇਸ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਇਸੇ ਕਾਰਨ ਹਮਲਾਵਰਾਂ ਨੇ ਆਪਣੀ ਰਣਨੀਤੀ ਬਦਲੀ ਅਤੇ ਸਿੱਧਾ ਇਸ ਵਿਰੋਧ ਦੀ ਰੂਹ ਯਾਨੀ ਉਹਨਾਂ ਦੇ ਪਵਿੱਤਰ ਅਸਥਾਨ ਤੇ ਹਮਲਾ ਕਰਨ ਦਾ ਫੈਸਲਾ ਕੀਤਾ। ਇਹੀ ਗੱਲ ਸਾਨੂੰ ਸਾਡੇ ਅਧਿਐਨ ਦੇ ਦੂਜੇ ਪੜਾਅ ਵੱਲ ਲੈ ਜਾਂਦੀ ਹੈ, ਅਧਿਆਤਮਿਕ ਕੇਂਦਰ ਤੇ ਸਿੱਧਾ ਹਮਲਾ ਯਾਨੀ ਹਰਮੰਦਰ ਸਾਹਿਬ ਦੀ ਬੇਅਦਬੀ। ਇਤਿਹਾਸਿਕ ਦਸਤਾਵੇਜ਼ਾਂ ਵਿੱਚ ਦਰਜ ਇਸ ਪੂਰਨ ਤਬਾਹੀ ਦਾ ਵੇਰਵਾ ਸੱਚਮੁੱਚ ਬਹੁਤ ਦਰਦਨਾਕ ਹੈ। ਅੰਮ੍ਰਿਤਸਰ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ, ਪਵਿੱਤਰ ਸਰੋਵਰ ਨੂੰ ਮਲਬੇ ਅਤੇ ਲਾਸ਼ਾਂ ਨਾਲ ਭਰ ਦਿੱਤਾ ਗਿਆ। ਉਹਨਾਂ ਨੇ ਬਾਰੂਦ ਲਾ ਕੇ ਸ਼੍ਰੀ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਅਤੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਲਈ ਕੱਟੇ ਹੋਏ ਸਿਰਾਂ ਦੀਆਂ ਗੱਡੀਆਂ ਭਰ ਕੇ ਲਾਹੌਰ ਭੇਜੀਆਂ ਗਈਆਂ ਤਾਂ ਜੋ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਪਰ ਇਤਿਹਾਸ ਫਰੋਲਦਿਆਂ ਕਈ ਵਾਰ ਸਾਨੂੰ ਅਜਿਹੇ ਹੈਰਾਨੀਜਨਕ ਪਲ ਮਿਲਦੇ ਹਨ ਜੋ ਬਿਲਕੁਲ ਅਚੰਭੇ ਵਾਲੇ ਲੱਗਦੇ ਹਨ। ਸਰੋਤ ਦੱਸਦੇ ਹਨ ਕਿ ਜਦੋਂ ਪਵਿੱਤਰ ਅਸਥਾਨ ਨੂੰ ਉਡਾਇਆ ਜਾ ਰਿਹਾ ਸੀ ਤਾਂ ਉਸੇ ਧਮਾਕੇ ਵਿੱਚੋਂ ਇੱਕ ਪੱਥਰ ਉੱਡ ਕੇ ਸਿੱਧਾ ਅਬਦਾਲੀ ਦੇ ਨੱਕ ਤੇ ਵੱਜਿਆ। ਇਸ ਨਾਲ ਇੱਕ ਅਜਿਹਾ ਨਾਸੂਰ ਬਣ ਗਿਆ ਜਿਸ ਦਾ ਕੋਈ ਇਲਾਜ ਨਹੀਂ ਸੀ। ਹੈਰਾਨੀ ਦੀ ਗੱਲ ਦੇਖੋ, ਪਵਿੱਤਰ ਸਥਾਨ ਨੂੰ ਤਬਾਹ ਕਰਨ ਦੀ ਉਸ ਦੀ ਕੋਸ਼ਿਸ਼ ਨੇ ਉਸ ਨੂੰ ਉਮਰ ਭਰ ਲਈ ਸਰੀਰਕ ਤੌਰ ਤੇ ਦਾਗਦਾਰ ਕਰ ਦਿੱਤਾ। ਇੱਥੇ ਇਤਿਹਾਸ ਸਾਨੂੰ ਰਾਜਨੀਤੀ ਬਾਰੇ ਵੀ ਇੱਕ ਬਹੁਤ ਵੱਡਾ ਸਬਕ ਸਿਖਾਉਂਦਾ ਹੈ ਕਿ ਬਈ ਕਿਸੇ ਜ਼ਾਲਮ ਸਾਮਰਾਜ ਦੇ ਸਾਹਮਣੇ
ਨਿਰਪੱਖ ਰਹਿਣ ਨਾਲ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਮਿਲਦੀ। ਉਦਾਹਰਣ ਵਜੋਂ ਬਾਬਾ ਆਲਾ ਸਿੰਘ ਜੀ ਨੂੰ ਹੀ ਲੈ ਲਓ। ਉਹਨਾਂ ਨੇ ਆਪਣੇ ਇਲਾਕੇ ਨੂੰ ਬਚਾਉਣ ਲਈ ਸਿਆਸੀ ਤੌਰ ਤੇ ਨਿਰਪੱਖ ਰਹਿਣ ਦਾ ਫੈਸਲਾ ਕੀਤਾ, ਪਰ ਨਤੀਜਾ ਕੀ ਨਿਕਲਿਆ? ਅਬਦਾਲੀ ਨੇ ਫਿਰ ਵੀ ਉਹਨਾਂ ਦੇ ਇਲਾਕੇ ਬਰਨਾਲੇ ਨੂੰ ਸਾੜ ਦਿੱਤਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੀ ਪਹਿਚਾਣ ਨੂੰ ਠੇਸ ਪਹੁੰਚਾਉਣ ਲਈ ਵਾਲ ਕੱਟਣ ਦਾ ਹੁਕਮ ਦੇ ਦਿੱਤਾ, ਜਿਸ ਤੋਂ ਬਚਣ ਲਈ ਇੱਕ ਭਾਰੀ ਫਿਰੌਤੀ ਦੇਣੀ ਪਈ। ਸਪਸ਼ਟ ਹੈ ਕਿ ਜ਼ੁਲਮ ਦੇ ਸਾਹਮਣੇ ਚੁੱਪ ਰਹਿਣਾ ਬਚਾਅ ਦਾ ਰਸਤਾ ਨਹੀਂ ਸੀ। ਅਤੇ ਹੁਣ ਇਸ ਕਹਾਣੀ ਦੀ ਰਫ਼ਤਾਰ ਅਚਾਨਕ ਬਦਲ ਜਾਂਦੀ ਹੈ। ਸਾਡਾ ਤੀਜਾ ਭਾਗ, ਰਾਖ ਵਿੱਚੋਂ ਮੁੜ ਉੱਠਣਾ, ਯਾਨੀ ਇੱਕ ਜ਼ਬਰਦਸਤ ਜਵਾਬੀ ਹਮਲਾ। ਵਿਰੋਧ ਦੇ ਇਸ ਸ਼ਾਨਦਾਰ ਪੁਨਰਜਨਮ ਦੇ ਅਸਲ ਸ਼ੁਰੂਆਤ ਸਰਹਿੰਦ ਵਿੱਚ ਹੋਈ, ਜਦੋਂ ਜਨਰਲ ਜ਼ੈਨ ਖਾਨ ਨੇ ਉੱਭਰ ਰਹੀਆਂ ਸਿੱਖ ਫੌਜਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਖਾਲਸੇ ਨੇ ਸਿਰਫ ਬਚਾਅ ਹੀ ਨਹੀਂ ਕੀਤਾ, ਉਹਨਾਂ ਨੇ ਇੱਕ ਅਜਿਹਾ ਜ਼ਬਰਦਸਤ ਜਵਾਬੀ ਹਮਲਾ ਕੀਤਾ ਕਿ ਦੇਖਦਿਆਂ ਹੀ ਦੇਖਦਿਆਂ ਜ਼ੈਨ ਖਾਨ ਦੇ ਕੜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਹ ਇੱਕ ਬਹੁਤ ਹੀ ਸਪਸ਼ਟ ਸੁਨੇਹਾ ਸੀ ਕਿ ਖਾਲਸਾ ਮੁੜ ਉੱਠ ਖੜਾ ਹੋਇਆ ਹੈ ਅਤੇ ਹੁਣ ਇਤਿਹਾਸ ਦਾ ਪਾਸਾ ਪਲਟਣ ਵਾਲਾ ਹੈ। ਇੱਥੇ ਆ ਕੇ ਸਾਡੇ ਸਾਹਮਣੇ ਮਸ਼ਹੂਰ ਗੁਰੀਲਾ ਯੁੱਧ ਯਾਨੀ ਛਾਪਾਮਾਰ ਰਣਨੀਤੀ ਦੀ ਅਸਲ ਤਸਵੀਰ ਆਂਦੀ ਹੈ। ਇਹ ਬੜੀ ਹੀ ਕਮਾਲ ਦੀ ਰਣਨੀਤੀ ਸੀ। ਆਮਣੇ-ਸਾਹਮਣੇ ਦੀ ਲੜਾਈ ਲੜਨ ਦੀ ਬਜਾਏ ਸਿੱਖਾਂ ਨੇ ਅਧਿਕ ਰਹਿਣ ਲਈ ਸੰਘਣੇ ਜੰਗਲਾਂ ਦੀ ਵਰਤੋਂ ਕੀਤੀ। ਉਹ ਅਣਦੇਖੇ ਪਾਸਿਆਂ ਤੋਂ ਬਿਜਲੀ ਵਾਂਗ ਤੇਜ਼ ਹਮਲੇ ਕਰਦੇ ਅਤੇ ਇਸ ਤੋਂ ਪਹਿਲਾਂ ਕਿ ਅਬਦਾਲੀ ਦੀਆਂ ਭਾਰੀ ਤੋਪਾਂ ਉਹਨਾਂ ਵੱਲ ਘੁੰਮਦੀਆਂ, ਉਹ ਪਲਕ ਝਪਕਦਿਆਂ ਹੀ ਗਾਇਬ ਹੋ ਜਾਂਦੇ। ਸੋਚ ਕੇ ਦੇਖੋ, ਇਸ ਰਣਨੀਤੀ ਨੇ ਦੁਸ਼ਮਣ ਦਾ ਮਨੋਬਲ ਕਿਵੇਂ ਤੋੜਿਆ ਹੋਵੇਗਾ। ਇਸ ਦਾ ਮਨੋਵਿਗਿਆਨਿਕ ਅਸਰ ਵਾਕਈ ਬਹੁਤ ਡੂੰਘਾ ਸੀ। ਗੁਰਦਾਸਪੁਰ ਦੇ ਇਲਾਕੇ ਵਿੱਚ ਅਬਦਾਲੀ ਦੀਆਂ ਵਿਸ਼ਾਲ ਫੌਜਾਂ ਪੂਰੀ ਤਰ੍ਹਾਂ ਦਿਸ਼ਾਹੀਨ ਅਤੇ ਬੇਵਸ ਹੋ ਚੁੱਕੀਆਂ ਸਨ। ਉਹਨਾਂ ਨੂੰ ਲੱਗਣ ਲੱਗਾ ਕਿ ਉਹ ਆਮ ਇਨਸਾਨਾਂ ਨਾਲ ਨਹੀਂ, ਸਗੋਂ ਕਿਸੇ ਅਜਿਹੀ ਅਦਿੱਖ ਤਾਕਤ ਨਾਲ ਲੜ ਰਹੇ ਹਨ ਜਿਸ ਨੂੰ ਕੋਈ ਅਲੌਕਿਕ ਸ਼ਕਤੀ ਮਿਲ ਰਹੀ ਹੈ। ਜਿਵੇਂ ਕਿ ਸਾਡੀ ਸਰੂਤ ਵੀ ਕਹਿੰਦੇ ਹਨ, ਇੰਜ ਜਾਪਦਾ ਸੀ ਜਿਵੇਂ ਉਹ ਤਲਵਾਰਾਂ ਨਾਲ ਨਹੀਂ, ਸਗੋਂ ਆਪਣੇ ਗੁਰੂ ਦੇ ਸ਼ਬਦਾਂ ਦੀ ਤਾਕਤ ਨਾਲ ਲੜ ਰਹੇ ਹੋਣ। ਆਓ ਹੁਣ ਇਸ ਮਹਾਨ ਸੰਘਰਸ਼ ਦੇ ਸਿਖਰ ਵੱਲ ਵਧਦੇ ਹਾਂ। ਸਾਡਾ ਚੌਥਾ ਭਾਗ, ਆਖਰੀ ਵਾਪਸੀ ਅਤੇ ਇੱਕ ਸ਼ਾਨਦਾਰ ਜਿੱਤ। ਇੱਕ ਇਤਿਹਾਸਕਾਰ ਲਈ ਇਹ ਦੇਖਣਾ ਬਹੁਤ ਦਿਲਚਸਪ ਹੁੰਦਾ ਹੈ ਕਿ ਇੱਕ ਮਹਾਸ਼ਕਤੀ ਕਿਵੇਂ ਟੁੱਟਦੀ ਹੈ। ਬੁਰੀ ਤਰ੍ਹਾਂ ਥੱਕੇ, ਨਿਰਾਸ਼ ਅਤੇ ਇਹ ਸਮਝ ਚੁੱਕੇ ਅਬਦਾਲੀ ਨੇ ਆਖਿਰਕਾਰ ਹਾਰ ਮੰਨ ਲਈ ਕਿ ਉਹ ਜੰਗਲਾਂ ਵਿੱਚ ਖਾਲਸੇ ਨੂੰ ਨਹੀਂ ਹਰਾ ਸਕਦਾ। ਉਸਨੇ ਲਾਹੌਰ ਅਤੇ ਫਿਰ ਅਖੀਰ ਅਫਗਾਨਿਸਤਾਨ ਵੱਲ ਪੂਰੀ ਤਰ੍ਹਾਂ ਵਾਪਸ ਮੁੜਨ ਦਾ ਹੁਕਮ ਦੇ ਦਿੱਤਾ, ਪਰ ਸਿੱਖ ਫੌਜਾਂ ਨੇ ਰਸਤੇ ਵਿੱਚ ਵੀ ਉਸਦਾ ਪਿੱਛਾ ਨਹੀਂ ਛੱਡਿਆ। ਇਹ ਇੱਕ ਰਵਾਇਤੀ ਸਾਮਰਾਜ ਦੀ ਬਹੁਤ ਵੱਡੀ ਹਾਰ ਸੀ। ਪਰ ਇਸ ਸਾਰੀ ਕਹਾਣੀ ਦਾ ਅਸਲ ਨਿਚੋੜ ਇੱਥੇ ਹੈ। ਇਹ ਅੰਤਿਮ ਜਿੱਤ ਸਿਰਫ ਫੌਜੀ ਜਿੱਤ ਨਹੀਂ ਸੀ, ਇਹ ਇੱਕ ਬਹੁਤ ਵੱਡੀ ਨੈਤਿਕ ਜਿੱਤ ਵੀ ਸੀ। ਜਦੋਂ ਸਿੱਖ ਅੰਮ੍ਰਿਤਸਰ ਵਾਪਸ ਆਏ ਤਾਂ ਉਹਨਾਂ ਨੇ ਕੁਝ ਅਫਗਾਨ ਸੈਨਿਕਾਂ ਨੂੰ ਫੜਿਆ ਅਤੇ ਉਹਨਾਂ ਤੋਂ ਪਵਿੱਤਰ ਸਰੋਵਰ ਦੀ ਸਫਾਈ ਕਰਵਾਈ। ਪਰ ਫਿਰ ਉਹਨਾਂ ਨੇ ਕਮਾਲ ਦੀ ਇਨਸਾਨੀਅਤ ਦਿਖਾਉਂਦੇ ਹੋਏ ਉਹਨਾਂ ਬੰਦੀਆਂ ਨੂੰ ਰਿਹਾ ਕਰ ਦਿੱਤਾ। ਸੋਚੋ, ਜਿਸ ਦੁਸ਼ਮਣ ਨੇ ਤੁਹਾਡੀ ਹੋਂਦ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਉਸ ਨੂੰ ਮਾਫ ਕਰ ਦੇਣਾ, ਇਹੀ ਉਹ ਗੱਲ ਹੈ ਜੋ ਇਸ ਵਿਰੋਧ ਨੂੰ ਇਤਿਹਾਸ ਵਿੱਚ ਸਭ ਤੋਂ ਵੱਖਰਾ ਅਤੇ ਮਹਾਨ ਬਣਾਉਂਦੀ ਹੈ। ਸੋ ਅੰਤ ਵਿੱਚ ਇਤਿਹਾਸ ਦੇ ਇਹ ਪੰਨੇ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਖੜਾ ਕਰਦੇ ਹਨ, ਜਿਸ ਤੇ ਵਿਚਾਰ ਕਰਨਾ ਬਣਦਾ ਹੈ। ਸਿਰਫ ਆਪਣੀ ਆਸਥਾ ਅਤੇ ਜੰਗਲਾਂ ਦੇ ਆਸਰੇ ਇੱਕ ਲਗਭਗ ਤਬਾਹ ਹੋ ਚੁੱਕੀ ਕੌਮ ਇੱਕ ਅਜਿੱਤ ਸਾਮਰਾਜ ਦਾ ਹੰਕਾਰ ਕਿਵੇਂ ਤੋੜ ਦਿੰਦੀ ਹੈ? ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸਲ ਤਾਕਤ ਹਥਿਆਰਾਂ ਵਿੱਚ ਹੁੰਦੀ ਹੈ ਜਾਂ ਉਸ ਅਟੁੱਟ ਵਿਸ਼ਵਾਸ ਵਿੱਚ ਜਿਸ ਨੂੰ ਕੋਈ ਤਲਵਾਰ ਨਹੀਂ ਕੱਟ ਸਕਦੀ। ਇਤਿਹਾਸ ਦੇ ਇਸ ਡੂੰਘੇ ਅਧਿਐਨ ਵਿੱਚ ਸਾਥ ਦੇਣ ਲਈ ਬਹੁਤ-ਬਹੁਤ ਧੰਨਵਾਦ।